BTV ब्रॉडकास्टिंग देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। NDP ਲੀਡਰ ਜਗਮੀਤ ਸਿੰਘ ਦਾ ਟਰੂਡੋ ਸਰਕਾਰ ਨੂੰ ਝਟਕਾ, ਲਿਬਰਲਸ ਨਾਲ ਸਪਲਾਈ ਅਤੇ ਵਿਸ਼ਵਾਸ ਸਮਝੌਤਾ ਕੀਤਾ ਖਤਮ। ਐਲਬਰਟਾ ਸਰਕਾਰ ਨੇ ਗ੍ਰੀਨ ਲਾਈਨ LRT ਪ੍ਰੋਜੈਕਟ ਲਈ ਫੰਡ ਲਿਆ ਵਾਪਸ। ਜਾਰਜੀਆ ਵਿੱਚ ਸਕੂਲ ਵਿੱਚ ਹੋਈ ਗੋਲੀਬਾਰੀ, 4 ਦੀ ਮੌਤ, ਕਈ ਜ਼ਖਮੀ। ਯੂਗਾਂਡਾ ਦੇ 올림픽 ਐਥਲੀਟ ਨੂੰ ਬॉयਫ੍ਰੈਂਡ ਨੇ ਲਾਈ ਅੱਗ, ਬੁਰੀ ਤਰ੍ਹਾਂ ਝੁਲਸੀ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਨਿਊ ਡੈਮੋਕ੍ਰੇਟਸ ਨੇ ਲਿਬਰਲ ਸਰਕਾਰ ਨਾਲ ਆਪਣਾ ਸਪਲਾਈ ਅਤੇ ਵਿਸ਼ਵਾਸ ਸਮਝੌਤਾ ਖਤਮ ਕਰ ਦਿੱਤਾ ਹੈ, ਜਿਸ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਲਈ ਖਤਰਾ ਪੈਦਾ ਹੋ ਗਿਆ ਹੈ। ਦੱਸਿਏ ਕਿ NDP ਦੇ ਇਸ ਕਦਮ ਦਾ ਮਤਲਬ ਹੈ ਕਿ ਜੇਕਰ ਸਰਕਾਰ ਨੇੜਲੇ ਭਵਿੱਖ ਵਿੱਚ ਕਿਸੇ ਵੀ ਭਰੋਸੇ ਦੀਆਂ ਵੋਟਾਂ ਨੂੰ ਗੁਆ ਦਿੰਦੀ ਹੈ ਤਾਂ ਸਰਕਾਰ ਡਿੱਗ ਸਕਦੀ ਹੈ, ਜੋ ਸੰਭਾਵਤ ਤੌਰ ਤੇ ਇਸ ਗਿਰਾਵਟ ਵਿੱਚ ਇੱਕ ਸਨੈਪ ਚੋਣ ਵੱਲ ਅਗਵਾਈ ਕਰਦਾ ਹੈ। ਜਾਣਕਾਰੀ ਮੁਤਾਬਕ NDP ਆਗੂ ਜਗਮੀਤ ਸਿੰਘ ਨੇ ਇੱਕ ਵੀਡੀਓ ਵਿੱਚ ਫੈਸਲੇ ਦਾ ਐਲਾਨ ਕੀਤਾ। ਲਿਬਰਲਸ ਦੀ ਕਾਰਪੋਰੇਟ ਲਾਲਚ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦੀ ਆਲੋਚਨਾ ਕੀਤੀ ਅਤੇ ਦਲੀਲ ਦਿੱਤੀ ਕਿ ਉਹ ਕਾਰਪੋਰੇਟ ਹਿੱਤਾਂ ਤੋਂ ਬਹੁਤ ਪ੍ਰਭਾਵਿਤ ਹਨ। ਸਿੰਘ ਨੇ ਕਿਹਾ ਕਿ NDP ਹੁਣ ਇਕਲੌਤੀ ਪਾਰਟੀ ਹੈ ਜੋ ਕੰਜ਼ਰਵੇਟਿਵ ਪਾਰਟੀ ਦੇ ਉਭਾਰ ਨੂੰ ਚੁਣੌਤੀ ਦੇਣ ਦੇ ਸਮਰੱਥ ਹੈ। ਜ਼ਿਕਰਯੋਗ ਹੈ ਕਿ ਹਾਊਸ ਆਫ ਕਾਮਨਸ 16 ਸਤੰਬਰ ਨੂੰ ਮੁੜ ਸ਼ੁਰੂ ਹੋਵੇਗਾ ਅਤੇ NDP ਸਰਕਾਰੀ ਬਿੱਲਾਂ ਦੀ ਵਿਅਕਤੀਗਤ ਤੌਰ ਤੇ ਸਮੀਖਿਆ ਕਰੇਗੀ। ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਨੂੰ 25 ਆਧਾਰ ਅੰਕ ਘਟਾ ਦਿੱਤਾ ਹੈ, ਜਿਸ ਨਾਲ ਬੈਂਕ ਇਸ ਨੂੰ 4.25% ਤੱਕ ਹੇਠਾਂ ਲਿਆਇਆ ਹੈ ਅਤੇ ਅਰਥਚਾਰੇ ਦੇ ਹੋਰ ਕਮਜ਼ੋਰ ਹੋਣ ਤੇ ਤੇਜ਼ ਕਟੌਤੀ ਦੀ ਸੰਭਾਵਨਾ ਦਾ ਸੰਕੇਤ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੈਂਕ ਲਗਾਤਾਰ ਤੀਜੀ ਦਰ ਵਿੱਚ ਕਟੌਤੀ ਦੀ ਨਿਸ਼ਾਨਦੇਹੀ ਕਰ ਰਿਹਾ ਹੈ, ਕਿਉਂਕਿ ਕੇਂਦਰੀ ਬੈਂਕ ਦਾ ਉਦੇਸ਼ ਮਹਿੰਗਾਈ ਅਤੇ ਆਰਥਿਕ ਵਿਕਾਸ ਦਾ ਪ੍ਰਬੰਧਨ ਕਰਨਾ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਸੰਕੇਤ ਦਿੱਤਾ ਕਿ ਜੇਕਰ ਮੁਦਰਾਸਫੀਤੀ ਅਨੁਮਾਨ ਅਨੁਸਾਰ ਘਟਦੀ ਰਹਿੰਦੀ ਹੈ ਤਾਂ ਹੋਰ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਹਾਲਾਂਕਿ ਬੈਂਕ ਕਟੌਤੀ ਦੀ ਦਰ ਨੂੰ ਹੌਲੀ ਕਰਨ ਜਾਂ ਆਰਥਿਕ ਸਥਿਤੀਆਂ ਬਦਲਣ ਤੇ ਰੋਕਣ ਲਈ ਵੀ ਤਿਆਰ ਹੈ। ਇਸ ਦੌਰਾਨ ਮੈਕਲਮ ਨੇ ਵੱਧਦੀ ਮਹਿੰਗਾਈ ਅਤੇ ਇਸ ਦੇ ਟੀਚੇ ਤੋਂ ਹੇਠਾਂ ਡਿੱਗਣ ਦੀ ਸੰਭਾਵਨਾ ਦੋਵਾਂ ਬਾਰੇ ਚਿੰਤਾਵਾਂ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਨਾਲ ਹੀ ਸੁਝਾਅ ਦਿੱਤਾ ਕਿ ਕੇਂਦਰੀ ਬੈਂਕ ਆਉਣ ਵਾਲੇ ਆਰਥਿਕ ਅੰਕੜਿਆਂ ਦੇ ਆਧਾਰ ਤੇ ਫੈਸਲਾ ਲਵੇਗਾ। ਦੱਸਦੇ ਕਿ ਹੁਣ ਬੈਂਕ ਦਾ ਧਿਆਨ ਆਰਥਿਕ ਸਥਿਰਤਾ ਨੂੰ ਬਰਕਰਾਰ ਰੱਖਦੇ ਹੋਏ ਇਹ ਯਕੀਨੀ ਬਣਾਉਣ ਵੱਲ ਤਬਦੀਲ ਹੋ ਗਿਆ ਹੈ ਕਿ ਮਹਿੰਗਾਈ ਬਹੁਤ ਘੱਟ ਨਾ ਹੋਵੇ। ਤੀਜੀ ਤਿਮਾਹੀ ਲਈ ਕੇਂਦਰੀ ਬੈਂਕ ਦਾ ਨਜ਼ਰੀਆ ਕਮਜ਼ੋਰ ਉਮੀਦ ਤੋਂ ਵੱਧ ਵਿਕਾਸ ਦੇ ਜੋਖਮਾਂ ਦੇ ਨਾਲ ਵਧੇਰੇ ਸਾਵਧਾਨ ਹੋ ਗਿਆ ਹੈ। ਉੱਥੇ ਹੀ ਅਰਥ ਸ਼ਾਸਤਰੀ ਸਾਲ ਦੇ ਅੰਤ ਤੋਂ ਪਹਿਲਾਂ ਵਾਧੂ ਦਰਾਂ ਵਿੱਚ ਕਟੌਤੀ ਦੀ ਭਵਿੱਖਬਾਣੀ ਕਰ ਰਹੇ ਹਨ। CIBC ਦੇ ਮੁੱਖ ਅਰਥ ਸ਼ਾਸਤਰੀ ਏਵਰੀ ਸ਼ੈਨਫੀਲਡ ਆਰਥਿਕ ਸਥਿਤੀਆਂ ਦੇ ਆਧਾਰ ਤੇ ਬੈਂਕ ਆਫ ਕੈਨੇਡਾ ਤੋਂ ਅਗਲੇ ਸਾਲ ਤੱਕ ਸੰਭਾਵਤ ਤੌਰ ਤੇ 2.5% ਤੱਕ ਦਰਾਂ ਵਿੱਚ ਕਟੌਤੀ ਜਾਰੀ ਰੱਖਣ ਦੀ ਉਮੀਦ ਕਰ ਰਿਹਾ ਹੈ। ਕਾਬਲੇ ਗੌਰ ਹੈ ਕਿ ਬੈਂਕ ਮੁਦਰਾਸਫੀਤੀ ਦੇ ਦਬਾਅ ਬਾਰੇ ਚੌਕਸ ਰਹਿੰਦਾ ਹੈ, ਜੋ ਸਾਲ ਦੇ ਅੰਤ ਵਿੱਚ ਮੁੜ ਪੈਦਾ ਹੋ ਸਕਦਾ ਹੈ ਅਤੇ ਉਸ ਅਨੁਸਾਰ ਆਪਣੀ ਮੁਦਰਾ ਨੀਤੀ ਨੂੰ ਬੈਂਕ ਵਿਵਸਥਿਤ ਕਰਦਾ ਹੈ। ਯੂਗਾਂਡਾ ਦੇ 올림픽 ਐਥਲੀਟ ਰੇਬੇਕਾ ਚੈਪਟਗਾਏ ਤੇ ਉਸਦੇ ਬॉयਫ੍ਰੈਂਡ ਡਿਕਸਨ ਐਂਡੀਮੀਆ ਨੇ ਕੀਨੀਆ ਦੇ ਟਰਾਂਸ ਨਜ਼ੋਈਆ ਕਾਉਂਟੀ ਵਿੱਚ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ। ਰਿਪੋਰਟ ਮੁਤਾਬਕ ਇਹ ਘਟਨਾ ਉਹਨਾਂ ਦੇ ਘਰ ਵਿੱਚ ਹੋਏ ਝਗੜੇ ਦੌਰਾਨ ਵਾਪਰੀ, ਜਿਸ ਵਿੱਚ ਚੈਪਟਗਾਏ ਦੇ ਸਰੀਰ ਦਾ 75% ਹਿੱਸਾ ਸੜ ਗਿਆ। ਚੈਪਟਗਾਏ ਅਤੇ ਐਂਡੀਮੀਆ ਦੋਵੇਂ ਐਲਡੋਰੇਟ ਦੇ ਮੋਈ ਟੀਚਿੰਗ ਅਤੇ ਰੈਫਰਲ ਹਸਪਤਾਲ ਵਿੱਚ ਵਿਸ਼ੇਸ਼ ਇਲਾਜ ਪ੍ਰਾਪਤ ਕਰ ਰਹੇ ਹਨ। ਦੱਸਦੀ ਕਿ ਹਮਲਾ ਕਥਿਤ ਤੌਰ ਤੇ ਜ਼ਮੀਨ ਨੂੰ ਲੈ ਕੇ ਮਤਭੇਦ ਤੋਂ ਪੈਦਾ ਹੋਇਆ ਸੀ, ਜੋ ਚੈਪਟਗਾਏ ਨੇ ਖੇਤਰ ਵਿੱਚ ਐਥਲੈਟਿਕ ਸਿਖਲਾਈ ਕੇਂਦਰਾਂ ਦੇ ਨੇੜੇ ਖਰੀਦੀ ਸੀ। ਇਹ ਦੁਖਦਾਈ ਘਟਨਾ ਇਸ ਖੇਤਰ ਵਿੱਚ ਐਥਲੀਟਾਂ ਵਿਰੁੱਧ ਹਿੰਸਾ ਦੇ ਹੋਰ ਤਾਜ਼ਾ ਮਾਮਲਿਆਂ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਯੂਗਾਂਡਾ ਦੇ ਦੌੜਾਕ ਬੈਂਜਾਮਿਨ ਕਿਪਲੈਗੇਟ ਅਤੇ ਕੀਨੀਆ ਵਿੱਚ ਜਨਮੇ ਬਾਹਰੀਨੀ ਐਥਲੀਟ ਡਮਾਰਿਸ ਮਦੀ ਦੀ ਮੌਤ ਸ਼ਾਮਲ ਹੈ। LGBTQ2 ਦੇ ਕਾਰਕੁਨ ਪੀਅਰ ਪੋਇਲੀਏਵ ਦੇ ਅਧੀਨ ਇੱਕ ਸੰਭਾਵੀ ਕੰਜ਼ਰਵੇਟਿਵ ਸਰਕਾਰ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਗਲੀਆਂ ਚੋਣਾਂ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਸੁਧਾਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਬਰਲ ਲੀਡਰ ਵਜੋਂ ਅਹੁਦਾ ਛੱਡਣ ਦੀ ਅਪੀਲ ਕਰ ਰਹੇ ਹਨ। ਸੈਰਾ ਵਰਥਮੈਨ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਕੁਇਰ ਰਿਸਰਚ ਇਨੀਸ਼ੀਏਟਿਵ ਦੀ ਕਾਰਜਕਾਰੀ ਨਿਰਦੇਸ਼ਕ ਵਰਗੇ ਕਾਰਕੁਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਪਿਊਬਰਟੀ ਬਲੌਕਰਸ ਅਤੇ ਟਰਾਂਸਜੈਂਡਰ ਅਧਿਕਾਰਾਂ ਵਰਗੇ ਮੁੱਦਿਆਂ ਤੇ ਪੋਇਲੀਏਵ ਦਾ ਰੁਖ LGBTQ2 ਭਾਈਚਾਰੇ ਲਈ ਮਹੱਤਵਪੂਰਨ ਖਤਰਾ ਹੈ। ਵਰਥਮੈਨ ਅਤੇ ਹੋਰ ਵਕੀਲਾਂ ਦਾ ਮੰਨਣਾ ਹੈ ਕਿ ਲਿਬਰਲਸ ਕੋਲ ਕੰਜ਼ਰਵੇਟਿਵਸ ਨੂੰ ਹਰਾਉਣ ਦਾ ਬਿਹਤਰ ਮੌਕਾ ਹੋ ਸਕਦਾ ਹੈ ਜੇਕਰ ਟਰੂਡੋ ਨੂੰ ਬਦਲ ਦਿੱਤਾ ਜਾਂਦਾ ਹੈ। ਹਾਲਾਂਕਿ ਉਹਨਾਂ ਨੇ ਕਿਸੇ ਬਦਲਵੇਂ ਆਗੂ ਦਾ ਸੁਝਾਅ ਨਹੀਂ ਦਿੱਤਾ ਹੈ। ਇਸ ਦੌਰਾਨ ਰੈਂਡੀ ਬੋਆਸਨੋ, ਇੱਕ ਫੈਡਰਲ ਮੰਤਰੀ ਅਤੇ ਟਰੂਡੋ ਦੇ ਸਾਬਕਾ LGBTQ2 ਸਲਾਹਕਾਰ ਨੇ ਕਿਹਾ ਕਿ ਟਰੂਡੋ LGBTQ2 ਅਧਿਕਾਰਾਂ ਲਈ ਆਪਣੇ ਮਜ਼ਬੂਤ ਸਮਰਥਨ ਤੇ ਜ਼ੋਰ ਦਿੰਦੇ ਹੋਏ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਵਧੀਆ ਵਿਅਕਤੀ ਬਣੇ ਹੋਏ ਹਨ। ਐਲਬਰਟਾ ਸਰਕਾਰ ਨੇ ਲੀਗਲ ਏਡ ਐਲਬਰਟਾ ਅਤੇ ਲਾਅ ਸੁਸਾਇਟੀ ਆਫ ਐਲਬਰਟਾ ਦੇ ਨਾਲ ਇੱਕ ਨਵੇਂ 5 ਸਾਲ ਦੇ ਗਵਰਨੈਂਸ ਸਮਝੌਤੇ ਦਾ ਐਲਾਨ ਕੀਤਾ ਹੈ, ਜੋ ਪਿਛਲੇ ਸੌਦੇ ਦੀ ਮਿਆਦ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਆਇਆ ਹੈ।
ਇਸ ਦੌਰਾਨ ਨਿਆਂ ਮੰਤਰੀ ਮਿਕੀ ਐਮਰੀ ਨੇ ਐਲਬਰਟਾ ਵਾਸੀਆਂ ਲਈ ਕਾਨੂੰਨੀ ਸਹਾਇਤਾ, ਸੇਵਾਵਾਂ ਦੀ ਸਥਿਰਤਾ ਅਤੇ ਵਿੱਤੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਇਸ ਸਮਝੌਤੇ ਦੀ ਮਹੱਤਤਾ ਤੇ ਜ਼ੋਰ ਦਿੱਤਾ। ਦੱਸਿਏ ਕਿ ਨਵਾਂ ਸਮਝੌਤਾ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ, ਜੋ ਪੂਰੇ ਸੂਬੇ ਵਿੱਚ ਕਾਨੂੰਨੀ ਸਹਾਇਤਾ ਸੇਵਾਵਾਂ ਦੇ ਨਿਰੰਤਰ ਪ੍ਰਬੰਧ ਲਈ ਇੱਕ ਸਥਿਰ ਢਾਂਚਾ ਪ੍ਰਦਾਨ ਕਰਦਾ ਹੈ। ਕਾਬਿਲ-ਗੌਰ ਹੈ ਕਿ ਪਿਛਲਾ ਸਮਝੌਤਾ 30 ਜੂਨ ਨੂੰ ਸਮਾਪਤ ਹੋ ਗਿਆ ਸੀ, ਜਿਸ ਕਾਰਨ ਇਹ ਚਿੰਤਾਵਾਂ ਪੈਦਾ ਹੋ ਗਈਆਂ ਸਨ ਕਿ ਲੀਗਲ ਏਡ ਐਲਬਰਟਾ ਨੂੰ ਨਵੇਂ ਗਾਹਕਾਂ ਲਈ ਸੇਵਾਵਾਂ ਨੂੰ ਨਵਿਆਉਣ ਵਾਲੇ ਸੌਦੇ ਦੀ ਘਾਟ ਕਾਰਨ ਰੋਕਣਾ ਪੈ ਸਕਦਾ ਹੈ। ਹਾਲਾਂਕਿ ਅਗਲੇਰੀ ਗੱਲਬਾਤ ਦੀ ਆਗਿਆ ਦੇਣ ਲਈ 5 ਸਤੰਬਰ ਤੱਕ ਦਾ ਵਾਅਦਾ ਦਿੱਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਹੁਣ ਇਹ ਨਵਾਂ ਸਮਝੌਤਾ ਹੋਇਆ ਹੈ। ਇਸ ਦੌਰਾਨ ਐਲਬਰਟਾ ਸਰਕਾਰ ਨੇ ਲੀਗਲ ਏਡ ਐਲਬਰਟਾ ਤੇ ਲਾਅ ਸੁਸਾਇਟੀ ਨਾਲ ਚੱਲ ਰਹੇ ਸਲਾਹ ਮਸ਼ਵਰੇ ਲਈ ਵਚਨਬੱਧ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਦੇ ਫੈਸਲਿਆਂ ਨੂੰ ਕਮਜ਼ੋਰ ਐਲਬਰਟਾ ਵਾਸੀਆਂ ਦੀਆਂ ਲੋੜਾਂ ਦੁਆਰਾ ਸੂਚਿਤ ਕੀਤਾ ਜਾਵੇ। ਕੈਨੇਡੀਅਨ ਸਰਕਾਰ ਨੇ ਉਰੋਪੂਚ ਬੁਖਾਰ ਦੇ ਪ੍ਰਕੋਪ ਨਾਲ ਪ੍ਰਭਾਵਿਤ ਅਮਰੀਕਾ ਦੇ ਦੇਸ਼ਾਂ ਦੀ ਯਾਤਰਾ ਤੇ ਵਿਚਾਰ ਕਰਨ ਵਾਲੀ ਗਰਭਵਤੀ ਔਰਤਾਂ ਲਈ ਇੱਕ ਯਾਤਰਾ ਸਲਾਹਕਾਰੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਬੋਲੀਵੀਆ, ਬ੍ਰਾਜ਼ੀਲ, ਕੋਲੰਬੀਆ, ਪੇਰੂ ਅਤੇ ਕਿਊਬਾ ਵਿੱਚ 8000 ਤੋਂ ਵੱਧ ਮਾਮਲਿਆਂ ਵਿੱਚ ਰਿਪੋਰਟ ਕੀਤੇ ਗਏ ਮੱਛਰ ਅਤੇ ਮਿਰਚ ਪ੍ਰਸਾਰਿਤ ਵਾਇਰਸ ਅਣਜੰਮੇ ਬੱਚਿਆਂ ਵਿੱਚ ਸੰਭਾਵਿਤ ਪ੍ਰਸਾਰਣ ਸਮੇਤ ਮਹੱਤਵਪੂਰਨ ਜੋਖਮ ਪੈਦਾ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਗੰਭੀਰ ਗਰਭ ਅਵਸਥਾਵਾਂ ਹੋ ਸਕਦੀਆਂ ਹਨ। ਗਰਭਵਤੀ ਯਾਤਰੀਆਂ ਨੂੰ ਕੀੜੇ ਮਕੌੜੇ ਦੇ ਕੱਟਣ ਦੇ ਵਿਰੁੱਧ ਸਖਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਵੇਂ ਕਿ ਕੀੜੇ ਮਕੌੜਿਆਂ ਤੋਂ ਬਚਣ ਵਾਲੇ ਕੱਪੜੇ ਦੀ ਵਰਤੋਂ ਕਰਨਾ, ਸੁਰੱਖਿਆ ਵਾਲੇ ਕੱਪੜੇ ਪਹਿਨਣੇ ਅਤੇ ਰਹਿਣ ਵਾਲੀਆਂ ਥਾਵਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਯਕੀਨੀ ਬਣਾਉਣਾ। ਦੱਸਿਏ ਕਿ ਇਹ ਵਾਇਰਸ, ਜੋ ਕਿ ਜ਼ੀਕਾ ਅਤੇ ਡੇਂਗੂ ਬੁਖਾਰ ਨਾਲ ਸਮਾਨਤਾਵਾਂ ਰੱਖਦਾ ਹੈ, ਕਿਊਬਾ ਅਤੇ ਯੂਰਪ ਦੇ ਕੁਝ ਹਿੱਸਿਆਂ ਸਮੇਤ ਨਵੇਂ ਖੇਤਰਾਂ ਵਿੱਚ ਫੈਲ ਗਿਆ ਹੈ ਅਤੇ ਵਰਤਮਾਨ ਵਿੱਚ ਇਸ ਦਾ ਕੋਈ ਟੀਕਾ ਜਾਂ ਖਾਸ ਇਲਾਜ ਮੌਜੂਦ ਨਹੀਂ ਹੈ। ਜਾਰਜੀਆ ਦੇ ਵਿੰਡਰ ਵਿੱਚ ਐਪਾਲੇਚੀ ਹਾਈ ਸਕੂਲ ਵਿੱਚ ਬੀਤੀ ਸਵੇਰ ਇੱਕ ਦੁਖਦਾਈ ਗੋਲੀਬਾਰੀ ਦੇ ਨਤੀਜੇ ਵਜੋਂ 4 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 9 ਹੋਰ ਜ਼ਖਮੀ ਹੋ ਗਏ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਵਿਦਿਆਰਥੀ ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਸੀ, ਜਿਸ ਨਾਲ ਦਹਿਸ਼ਤ ਫੈਲ ਗਈ ਅਤੇ ਵਿਦਿਆਰਥੀ ਸੁਰੱਖਿਆ ਲਈ ਸਕੂਲ ਦੇ ਫੁੱਟਬਾਲ ਸਟੇਡੀਅਮ ਵੱਲ ਭੱਜ ਗਏ। ਹਾਲਾਂਕਿ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਇਸ ਘਟਨਾ ਦਾ ਤੁਰੰਤ ਜਵਾਬ ਦਿੱਤਾ ਅਤੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਪਰ ਅਜੇ ਵੀ ਉਸ ਦੀ ਪਛਾਣ ਅਤੇ ਗੋਲੀਬਾਰੀ ਪਿੱਛੇ ਉਦੇਸ਼ ਅਸਪਸ਼ਟ ਹਨ। ਰਿਪੋਰਟ ਮੁਤਾਬਕ ਘਟਨਾ ਦਾ ਪਤਾ ਲੱਗਦੇ ਹੀ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇਚੈਨ ਹੋ ਕੇ ਘਟਨਾ ਸਥਾਨ ਤੇ ਪਹੁੰਚ ਗਏ, ਜਦੋਂ ਕਿ ਸਕੂਲ ਨੂੰ ਤਾਲਾਬੰਦੀ ਤੇ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਗੋਲੀਬਾਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸਾਰੇ ਵਿੱਚੋਂ ਇੱਕ ਨੇ ਸੰਯੁਕਤ ਰਾਜ ਵਿੱਚ ਬੰਦੂਕ ਦੇ ਨਿਯੰਤਰਣ ਨੂੰ ਲੈ ਕੇ ਭਿਆਨਕ ਬਹਿਸਾਂ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਾਪਸ ਭੇਜਣ ਬਾਰੇ ਡਰ ਜ਼ਾਹਰ ਕੀਤਾ ਹੈ। ਇਸ ਦੌਰਾਨ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੋਵਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਕੈਂਪ ਨੇ ਰਾਜ ਦੇ ਸਰੋਤਾਂ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਨ ਲਈ ਨਿਰਦੇਸ਼ ਦਿੱਤਾ। ਦੱਸ ਦਈਏ ਕਿ ਇਸ ਦੁਖਾਂਤ ਦੇ ਦੂਰਗਾਮੀ ਪ੍ਰਭਾਵ ਦੇਖੇ ਗਏ ਹਨ, ਜਿਸ ਨਾਲ ਐਟਲਾਂਟਾ ਸਮੇਤ ਰਾਜ ਭਰ ਦੇ ਸਕੂਲਾਂ ਵਿੱਚ ਸੁਰੱਖਿਆ ਉਪਾਵਾਂ ਵਿੱਚ ਵਾਧਾ ਹੋਇਆ ਹੈ। ਟਰਾਂਸਪੋਰਟ ਮੰਤਰੀ ਡੇਵਿਨ ਡਰੀਸ਼ਨ ਵੱਲੋਂ ਕੈਲਗਰੀ ਦੇ ਮੇਅਰ ਜੋਤੀ ਗੋਂਡਕ ਨੂੰ ਲਿਖੇ ਪੱਤਰ ਅਨੁਸਾਰ ਐਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੈਲਗਰੀ ਦੇ ਸੌਦੇ ਹੋਏ ਗ੍ਰੀਨ ਲਾਈਨ LRT ਪ੍ਰੋਜੈਕਟ ਲਈ ਫੰਡ ਨਹੀਂ ਦੇਵੇਗੀ। ਡਰੀਸ਼ਨ ਨੇ ਪ੍ਰੋਜੈਕਟ ਦੇ ਛੋਟੇ ਦਾਇਰੇ ਬਾਰੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ, ਜੋ ਕਿ ਹੁਣ ਮੂਲ 18 ਕਿਲੋਮੀਟਰ ਸਟ੍ਰੈਚ ਦੀ ਬਜਾਏ ਸਿਰਫ ਓਕਲੇਅਰ ਤੋਂ ਲੀਨਵੁੱਡ ਮਿਲਕਨ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਦਾਇਰੇ ਵਿੱਚ ਕਟੌਤੀ ਵਿੱਚ 6 ਸਟੇਸ਼ਨਸ ਨੂੰ ਹਟਾਉਣਾ ਅਤੇ ਡਾਊਨਟਾਊਨ ਕੋਰ ਦੇ ਹੇਠਾਂ ਇੱਕ ਛੋਟੀ ਸੁਰੰਗ ਸ਼ਾਮਲ ਹੈ। ਵਧ ਰਹੀ ਲਾਗਤਾਂ ਦੁਆਰਾ ਪ੍ਰੇਰਿਤ, ਜਿਸ ਨੇ ਕੁੱਲ ਬਜਟ ਨੂੰ $6.2 ਬਿਲੀਅਨ ਤੱਕ ਧੱਕ ਦਿੱਤਾ ਹੈ। ਡਰੀਸ਼ਨ ਨੇ ਸੌਦੇ ਹੋਏ ਪ੍ਰੋਜੈਕਟ ਦੀ ਮਲਟੀ ਬਿਲੀਅਨ ਡਾਲਰ ਬੁੰਡੋਗਲ ਵਜੋਂ ਆਲੋਚਨਾ ਕੀਤੀ, ਜਿਸ ਨਾਲ ਬਹੁਤ ਘੱਟ ਕੈਲਗਰੀਆਂ ਨੂੰ ਲਾਭ ਹੋਵੇਗਾ ਅਤੇ ਕਿਹਾ ਕਿ ਸੂਬਾਈ ਸਰਕਾਰ ਪਹਿਲਾਂ ਪ੍ਰਤੀਬੱਧ $1.53 ਬਿਲੀਅਨ ਪ੍ਰਦਾਨ ਨਹੀਂ ਕਰੇਗੀ। ਉਸਨੇ ਸੰਸ਼ੋਧਿਤ ਰਾਈਡਰਸ਼ਿਪ ਅਨੁਮਾਨਾਂ ਤੇ ਵੀ ਸਵਾਲ ਉਠਾਏ, ਜੋ ਕਿ 55,000 ਦੇ ਅਸਲ ਅਨੁਮਾਨ ਤੋਂ 32,000 ਰੋਜ਼ਾਨਾ ਉਪਭੋਗਤਾਵਾਂ ਤੱਕ ਘਟ ਗਏ ਹਨ। ਰਿਪੋਰਟ ਮੁਤਾਬਕ ਇਸ ਪੱਤਰ ਵਿੱਚ ਕੈਲਗਰੀ ਦੇ ਸਾਬਕਾ ਮੇਅਰ ਨਾਹਿਦ ਨੈਂਚੀ ਦੀ ਪ੍ਰੋਜੈਕਟ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਦੇ ਮੁੱਦਿਆਂ ਲਈ ਆਲੋਚਨਾ ਕੀਤੀ ਗਈ ਹੈ। ਮੌਜੂਦਾ ਮੁਸ਼ਕਿਲਾਂ ਨੂੰ ਉਸ ਦੀ ਨਿਗਰਾਨੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਸਥਿਤੀ ਦੇ ਜਵਾਬ ਵਿੱਚ ਡਰੀਸ਼ਨ ਨੇ ਮੌਜੂਦਾ ਟ੍ਰਾਂਜ਼ਿਟ ਲਾਈਨਾਂ ਨਾਲ ਗ੍ਰੀਨ ਲਾਈਨ ਨੂੰ ਏਕੀਕ੍ਰਿਤ ਕਰਨ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਵਿਕਲਪਕ ਲਾਗਤ ਪ੍ਰਭਾਵਸ਼ਾਲੀ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਲਈ ਇੱਕ ਸੁਤੰਤਰ ਤੀਜੀ ਧਿਰ ਨੂੰ ਸਮਝੌਤਾ ਕਰਨ ਦਾ ਪ੍ਰਸਤਾਵ ਦਿੱਤਾ। ਉਸਨੇ ਸੁਝਾਅ ਦਿੱਤਾ ਕਿ ਗ੍ਰੀਨ ਲਾਈਨ ਨੂੰ ਮੌਜੂਦਾ ਬਜਟ ਦੀ ਵਰਤੋਂ ਕਰਦੇ ਹੋਏ ਘੱਟੋ-ਘੱਟ 6 ਪਾਰਟ ਤੱਕ ਅਤੇ ਸੰਭਾਵੀ ਤੌਰ ਤੇ ਇਸ ਤੋਂ ਪਰੇ ਜਾਰੀ ਰਹਿਣਾ ਚਾਹੀਦਾ ਹੈ। ਕਾਬਿਲ-ਗੌਰ ਹੈ ਕਿ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੀ ਆਪਣੀ ਆਉਣ ਵਾਲੀ ਮੀਟਿੰਗ ਵਿੱਚ ਪੱਤਰ ਦੇ ਪ੍ਰਭਾਵਾਂ ਬਾਰੇ ਵਿਚਾਰ ਕਰਨ ਦੀ ਉਮੀਦ ਹੈ।
ਅਮਰੀਕੀ ਨਿਆਂ ਵਿਭਾਗ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹੋਏ ਘਾਤਕ ਹਮਲੇ ਦੇ ਸੰਬੰਧ ਵਿੱਚ ਹਮਾਸ ਦੇ ਲੀਡਰ ਯਾਹਿਆ ਸਿਨਵਰ ਅਤੇ ਹੋਰ ਸੀਨੀਅਰ ਅਤਵਾਦੀਆਂ ਤੇ ਦੋਸ਼ ਲਗਾਏ ਹਨ। ਇਹਨਾਂ ਵਿੱਚੋਂ ਇੱਕ ਅਤਵਾਦੀ ਸੰਗਠਨ ਨੂੰ ਸਮਰਥਨ ਪ੍ਰਦਾਨ ਕਰਨ, ਅਮਰੀਕੀ ਨਾਗਰਿਕਾਂ ਦੀ ਹੱਤਿਆ ਅਤੇ ਸਮੂਹਕ ਵਿਨਾਸ਼ ਦੇ ਹਥਿਆਰਾਂ ਦੀ ਵਰਤੋਂ ਨਾਲ ਸੰਬੰਧਿਤ ਸਾਜ਼ਿਸ਼ ਦੇ ਦੋਸ਼ ਸ਼ਾਮਲ ਹਨ। ਇਸ ਦੇ ਨਾਲ-ਨਾਲ ਅਮਰੀਕਾ ਨੇ ਈਰਾਨ ਅਤੇ ਹਿਜ਼ਬੁੱਲਾ ਤੇ ਹਮਲੇ ਲਈ ਵਿੱਤੀ ਸਹਾਇਤਾ ਤੇ ਹਥਿਆਰਾਂ ਦੀ ਸਪਲਾਈ ਕਰਨ ਦਾ ਵੀ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਇਹ ਇਲਜ਼ਾਮ ਉਦੋਂ ਲੱਗੇ ਹਨ ਜਦੋਂ ਯੂਐਸ ਮਿਸਰ ਅਤੇ ਕਤਰ ਨਾਲ ਇੱਕ ਨਵੀਂ ਜੰਗਬੰਦੀ ਅਤੇ ਬੰਦਕ ਸੌਦੇ ਦੀ ਦਲਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਈਟ ਹਾਊਸ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਇਹ ਕਾਰਵਾਈਆਂ ਹਮਾਸ ਦਾ ਮੁਕਾਬਲਾ ਕਰਨ ਦੀ ਵਿਆਪਕ ਕੋਸ਼ਿਸ਼ ਦਾ ਹਿੱਸਾ ਹਨ, ਹਾਲਾਂਕਿ ਇਹ ਅਸਪਸ਼ਟ ਹੈ ਕਿ ਉਹ ਚੱਲ ਰਹੀ ਗੱਲਬਾਤ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਰਿਪੋਰਟ ਮੁਤਾਬਕ ਹਮਾਸ ਦੁਆਰਾ ਬੰਦਕਾਂ ਦੀ ਤਾਜ਼ਾ ਫਾਂਸੀ ਨੇ ਜੰਗਬੰਦੀ ਤੱਕ ਪਹੁੰਚਣ ਦੀ ਤਾਕੀਦ ਨੂੰ ਤੇਜ਼ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਿਨਵਾਰ, ਜਿਸਨੇ ਇਸਮਾਇਲ ਹਨੀ ਦੀ ਮੌਤ ਤੋਂ ਬਾਅਦ ਹਮਾਸ ਦੀ ਅਗਵਾਈ ਸੰਭਾਲੀ ਸੀ, ਕਥਿਤ ਤੌਰ ਤੇ ਗਾਜ਼ਾ ਦੀਆਂ ਸੁਰੰਗਾਂ ਵਿੱਚ ਲੁਕਿਆ ਹੋਇਆ ਹੈ। ਦੱਸੇ ਕਿ ਇਹਨਾਂ ਇਲਜ਼ਾਮਾਂ ਵਿੱਚ 7 ਅਕਤੂਬਰ ਦੇ ਹਮਲੇ ਨੂੰ ਹਮਾਸ ਦੇ ਇਤਿਹਾਸ ਵਿੱਚ ਸਭ ਤੋਂ ਹਿੰਸਕ ਹਮਲਾ ਦੱਸਿਆ ਗਿਆ, ਜਿਸ ਦੇ ਨਤੀਜੇ ਵਜੋਂ ਮਹੱਤਵਪੂਰਨ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਉੱਥੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਗਾਜ਼ਾ ਵਿੱਚ ਵਿਆਪਕ ਤਬਾਹੀ ਅਤੇ ਉੱਚ ਮੌਤਾਂ ਦਾ ਕਾਰਨ ਬਣੀ ਹੈ। ਬੁਲਟਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।